Good morning, students. Welcome back to your English class. I am Chavi, your English teacher for today. So, students, we have done the 3 chapters, right? And today we will do the writing part from these chapters. It is not only included in these chapters, it is in other chapters as well. So, we'll do the writing part, that is story writing. So, do you like stories? कहानियाँ पसंद हैं ਤੁਹਾਨੂੰ? Yes, I know. Mostly ਬੱਚਿਆਂ ਨੂੰ ਕਹਾਣੀਆਂ ਹੀ ਪਸੰਦ ਹੁੰਦੀਆਂ ਆ ਕਿਉਂਕਿ ਰਾਈਟਿੰਗ ਪਾਰਟ ਵਿੱਚੋਂ ਉਹ ਸਭ ਤੋਂ ਇੰਟਰਸਟਿੰਗ ਲੱਗਦਾ ਆ ਤੁਹਾਨੂੰ ਸਾਰਿਆਂ ਨੂੰ, ਰਾਈਟ? ਔਰ ਤੁਸੀਂ ਆਪਣੀਆਂ ਸਟੋਰੀਜ਼ ਕ੍ਰੀਏਟ ਕਰਨ ਦੀ ਵੀ ਕੋਸ਼ਿਸ਼ ਕਰਦੇ ਹੋ. You try to write your own story, right? So, today we will learn how to write a good story and we will do this with examples. So, let's begin. Story writing. Read the sentence given on the right side. Let your imagination run wild. What does it mean? अपनी इमेजिनेशन ਨੂੰ ਵਧਾਓ ਜਾਂ ਫਿਰ ਉਹਨੂੰ ਇਸ ਤਰ੍ਹਾਂ ਦਾ ਬਣਾਓ ਕਿ ਉਸ ਇਮੇਜਿਨੇਸ਼ਨ ਦਾ ਰਿਜ਼ਲਟ ਇੰਨਾ ਅੱਛਾ ਹੋਵੇ ਕਿ ਸਾਰੇ ਦੇਖ ਕੇ ਹੈਰਾਨ ਰਹਿਣ. ਯੂ ਆਲ ਡ੍ਰੀਮ. ਇਸ ਏਜ ਵਿੱਚ ਅਸੀਂ ਸਾਰੇ ਬੱਚੇ ਸੁਪਨੇ ਦੇਖਦੇ ਹਾਂ ਔਰ ਕਈ ਸੁਪਨੇ ਇੱਦਾਂ ਦੇ ਹੁੰਦੇ ਆ ਕਿ ਲੱਗਦਾ ਕਿ ਇਹ ਸੱਚ ਹੋ ਸਕਦੇ ਆ. ਬਟ your dreams take to your future. ਤਾਂ ਤੁਹਾਡੇ ਸੁਪਨੇ ਆ ਜਿਹੜੇ ਉਹਨਾਂ ਨੂੰ ਇੱਕ ਕਹਾਣੀ ਵਿੱਚ ਪਰਿਵਰਤਿਤ ਕਰਨ ਦੀ ਕੋਸ਼ਿਸ਼ ਕਰੋ. Try to write your own story. ਕਿ ਤੁਸੀਂ ਆਪਣੀ ਇਮੇਜਿਨੇਸ਼ਨ ਕਿ ਜੋ ਤੁਸੀਂ ਸੋਚਦੇ ਹੋ ਚਾਹੇ ਉਹ ਹੋ ਸਕਦਾ ਨਹੀਂ ਹੋ ਸਕਦਾ, don't think about that. ਕਿਉਂਕਿ ਸਟੋਰੀ ਰਾਈਟਿੰਗ ਇਹੀ ਹੁੰਦਾ ਆ, ਜਾਂ ਤਾਂ ਇਹ ਰੀਅਲ ਹੁੰਦੀਆਂ ਵਾ, ਅਸਲ ਹੁੰਦੀਆਂ, ਜਾਂ ਫਿਕਸ਼ਨਲ ਹੁੰਦੀਆਂ ਵਾ ਜਿਹਦੇ ਵਿੱਚ ਇੱਦਾਂ ਦੀ ਇਮੈਜੀਨੇਸ਼ਨ ਹੁੰਦੀ ਆ ਕਿ ਰੀਅਲ ਲਾਈਫ ਵਿੱਚ ਉਹ ਪੋਸੀਬਲ ਨਹੀਂ ਹੈ. ਪਰ ਇਹ ਤਾਂ ਹੈ ਨਹੀਂ, ਫਿਰ ਅਸੀਂ ਕਿ ਉਹਨੂੰ ਸੋਚਣਾ ਬੰਦ ਕਰ ਦਈਏ. ਬਿਕਾਜ਼ ਇੰਪੋਸੀਬਲ ਟੇਕਸ ਅਸ ਟੂ ਪੋਸੀਬਲ. ਕਿਉਂਕਿ ਜਿਹੜੀਆਂ ਚੀਜ਼ਾਂ ਇੰਪੋਸੀਬਲ ਹੈ ਅਸੀਂ ਉਹਨਾਂ ਨੂੰ ਹੀ ਤਾਂ ਪੋਸੀਬਲ ਬਣਾਉਣਾ ਹੈ. ਸੋ ਲੈਟ ਯੂਰ ਇਮੈਜਿਨੇਸ਼ਨ ਰਨ ਵਾਈਲਡ. What is a story? Story writing ਤੋਂ ਪਹਿਲਾਂ ਅਸੀਂ ਇਹ ਸਮਝਾਂਗੇ ਕਿ ਸਟੋਰੀ ਹੈ ਕੀ ਹੈ. A story is a narrative account of an event or a sequence of events. ਜਿਹੜੀ ਕਹਾਣੀ ਹੈ ਕਹਿੰਦੇ ਉਹਨੂੰ ਦੱਸਿਆ ਜਾਂਦਾ ਵਾ ਇੱਕ ਘਟਨਾ ਦੇ ਰੂਪ ਵਿੱਚ ਜਾਂ ਫਿਰ ਬਹੁਤ ਸਾਰੀਆਂ ਘਟਨਾਵਾਂ ਦੇ ਸੀਕੁਐਂਸ ਦੇ ਰੂਪ ਵਿੱਚ. ਹੁਣ ਤੁਸੀਂ ਦੇਖਦੇ ਹੋਗੇ ਕਈ ਕਹਾਣੀਆਂ ਛੋਟੀਆਂ ਹੁੰਦੀਆਂ ਵਾ, ਬਹੁਤ ਜਲਦੀ ਖਤਮ ਹੋ ਜਾਂਦੀਆਂ ਵਾ. ਬਟ ਥਿੰਕ ਅਬਾਊਟ ਮੂਵੀਜ਼. ਤੁਸੀਂ ਸਾਰੇ ਮੂਵੀਜ਼ ਦੇਖਦੇ ਹੋ, ਉਹ ਕਿਆ 10-15 ਮਿੰਟ ਵਿੱਚ ਖਤਮ ਹੋ ਜਾਂਦੀ ਹੈ? ਨੋ. ਈਵਨ ਸ਼ਾਰਟ ਮੂਵੀਜ਼ ਟੇਕ ਹਾਫ ਐਨ ਆਰ. ਐਂਡ ਦੂਸਰੀਆਂ ਮੂਵੀਜ਼ ਹੈ ਜਿਹੜੀਆਂ ਦੇ ਟੇਕ ਅਰਾਊਂਡ 2 hours ਔਰ 3 hours. ਤੁਸੀਂ ਉਹਦੇ ਵਿੱਚ ਦੇਖਿਆ ਹੋਣਾ ਇੱਕ ਕਹਾਣੀ ਕੰਟੀਨਿਊ ਨਹੀਂ ਕਰਦੀ, ਬਹੁਤ ਸਾਰੀਆਂ ਕਹਾਣੀਆਂ ਦਾ ਸੀਕੁਐਂਸ ਹੁੰਦਾ ਜਿਹੜੀਆਂ ਆਪਸ ਵਿੱਚ ਕਨੈਕਟਡ ਹੁੰਦੀਆਂ. ਤਾਂ ਸਟੋਰੀ ਕੀ ਹੈ? ਨੈਰੇਟਿਵ ਅਕਾਊਂਟ, ਕਿ ਦੱਸੀ ਜਾ ਰਹੀ ਹੈ ਕਹਾਣੀ ਇੱਕ ਘਟਨਾ ਦੇ ਰੂਪ ਵਿੱਚ ਜਾਂ ਬਹੁਤ ਸਾਰੀਆਂ ਘਟਨਾਵਾਂ ਦੇ ਸੀਕੁਐਂਸ ਦੇ ਰੂਪ ਵਿੱਚ. ਇਟ ਕੈਨ ਬੀ ਟਰੂ ਔਰ ਫਿਕਸ਼ਨਲ. ਹੁਣੀ ਮੈਂ ਦੱਸ ਕੇ ਹਟੀ ਹਾਂ, ਟਰੂ ਅਸਲ ਕਹਾਣੀ ਹੋ ਸਕਦੀ ਹੈ ਜਾਂ ਫਿਰ ਫਿਕਸ਼ਨਲ ਜਿਹਨੂੰ ਅਸੀਂ ਇਮੈਜਿਨ ਹੀ ਕਰ ਸਕਦੇ ਹਾਂ, ਅਸਲ ਵਿੱਚ ਉਹ ਨਹੀਂ ਹੋ ਸਕਦਾ. The message the story tells must be true. ਜਿਹੜਾ ਮੈਸੇਜ ਸਟੋਰੀ ਵਿੱਚ ਦਿੱਤਾ ਜਾਂਦਾ ਆ ਉਹ ਸਹੀ ਹੋਣਾ ਚਾਹੀਦਾ ਆ, ਅਸਲ ਹੋਣਾ ਚਾਹੀਦਾ ਆ. ਇਹ ਨਹੀਂ ਕਿ ਤੁਸੀਂ ਮੈਸੇਜ ਵੀ ਆਪਣੇ ਕੋਲ ਹੀ ਕਿ ਇੱਦਾਂ ਹੋ. ਕੁਝ ਚੀਜ਼ਾਂ ਲਾਈਫ ਵਿੱਚ ਨਹੀਂ ਹੁੰਦੀਆਂ, ਜਿੱਦਾਂ ਹੁਣ ਇਮੈਜੀਨੇਟਿਵ ਸਟੋਰੀਜ਼ ਹੈ ਜਾਂ ਫਿਕਸ਼ਨਲ ਸਟੋਰੀਜ਼ ਹੈ,
आई नो कि ਉਹਦੇ ਵਿੱਚ ਬਹੁਤ ਸਾਰੇ ਕਰੈਕਟਰਸ ਇੱਦਾਂ ਦੇ ਹੋਣਗੇ ਜਿਹੜੇ ਅਸਲ ਲਾਈਫ ਵਿੱਚ ਅਸੀਂ ਨਹੀਂ ਦੇਖਦੇ, ਪਰ ਉਹ ਕਰੈਕਟਰਸ ਸਾਨੂੰ ਉਹ ਚੀਜ਼ ਸਿਖਾਣੀ ਚਾਹੀਦੀ ਹੈ ਜਿਹੜੀ ਸਾਡੀ ਅਸਲ ਜ਼ਿੰਦਗੀ ਨਾਲ ਰਿਲੇਟਡ ਹੈ। ਫॉर एग्जांपल यू ऑल वॉच कार्टून्स देखते हो ना सारे, डोरेमोन, होर केड़े देखते हो? टेल मी द नेम्स, आई डोंट नो मोर। यस, छोटा भीम सारे दा फेवरेट है, लॉर्ड कृष्णा ते होर भी बहुत सारे है। यस, मोटू पतलू, आई नो तुहाडा सारिਆਂ ਦਾ ਉਹ फेवरेट है। ਤਾਂ ਉਹ ਕਾਰਟੂਨਸ ਹੈ ਜਿਹੜੇ ਬੱਚੇ ਤੁਸੀਂ ਦੇਖੋ, ਉਹਨਾਂ 'ਚ ਜਿਹੜੇ ਕਰੈਕਟਰਸ ਸ਼ੋ ਕੀਤੇ ਜਾਂ ਜੋ ਉਹਦੇ ਵਿੱਚ ਦਿਖਾਇਆ ਗਿਆ, ਤੁਹਾਨੂੰ ਅਸਲ ਲਾਈਫ ਵਿੱਚ ਉੱਦਾਂ ਦੇ ਕਰੈਕਟਰਸ ਦਿਖਦੇ ਹਨ? ਨੋ, ਰਾਈਟ? ਉਹ ਫਿਕਸ਼ਨਲ ਹੈ, ਉਹ ਕਿਸੇ ਦੀ ਸੋਚ ਹੈ ਕਿ ਬੱਚਿਆਂ ਲਈ ਇਹ ਬਹੁਤ ਮਜ਼ੇਦਾਰ ਚੀਜ਼ ਹੈ, ਐਂਟਰਟੇਨਿੰਗ ਹੈ, ਪਰ ਉਹ ਜਿਹੜਾ ਮੈਸੇਜ ਦਿੰਦੇ ਆ, ਦੇਖਦੇ ਹੋ ਨਾ ਕਾਰਟੂਨ, ਉਹ ਜਿਹੜਾ ਮੈਸੇਜ ਦਿੰਦੇ ਉਹ ਤੁਹਾਡੀ ਅਸਲ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ। ਤਾਂ ਫਿਰ ਮੈਸੇਜ ਜਿਹੜਾ ਹੈ ਸਟੋਰੀ ਵਿੱਚ ਉਹ ਤੁਹਾਡੀ ਅਸਲ ਜ਼ਿੰਦਗੀ ਨਾਲ ਜੁੜਿਆ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਇੱਦਾਂ ਦੀ ਕੋਈ ਲਰਨਿੰਗ ਮਿਲੇ, ਸਿੱਖਿਆ ਮਿਲੇ ਜਿਹਦੇ ਨਾਲ ਤੁਸੀਂ ਆਪਣੇ ਆਪ ਵਿੱਚ ਸੁਧਾਰ ਲਿਆ ਸਕੋ। It adds emotion, characters and sensory details to plain facts। ਜਿਹੜੀ ਸਟੋਰੀ ਆ ਸਿੰਪਲ ਜਿਹੇ ਤੱਥਾਂ ਨੂੰ ਜਾਂ ਸਿੰਪਲ ਜਿਹੀਆਂ ਚੀਜ਼ਾਂ ਨੂੰ ਇਮੋਸ਼ਨਲ ਬਣਾਉਂਦੀ ਹੈ, ਸਾਡੇ ਇਮੋਸ਼ਨਸ ਨਾਲ ਜੋੜਦੀ ਹੈ। ਕਰੈਕਟਰਸ ਉਹ 'ਚ ਇੱਦਾਂ ਦੇ ਦਿਖਾਏ ਜਾਂਦੇ ਆ ਜਿਹੜੇ ਕਿ ਸਾਨੂੰ ਇੱਦਾਂ ਲੱਗਦਾ ਕਿ ਹਾਂ ਕਿ ਇਹ ਸੱਚ ਹੈ। ਸੈਂਸਰੀ ਡਿਟੇਲਸ ਸਾਡੀਆਂ 5 ਸੈਂਸਿਸ ਨੂੰ ਉਹ ਅਟਰੈਕਟ ਕਰਦੇ ਆ। ਤੁਸੀਂ ਜਦੋਂ ਕੋਈ ਸਟੋਰੀ ਸੁਣਦੇ ਹੋ, ਤੁਹਾਡੇ ਘਰਾਂ ਵਿੱਚ ਤੁਹਾਡੇ ਪੈਰੈਂਟਸ, ਗ੍ਰੈਂਡ ਪੈਰੈਂਟਸ ਤੁਹਾਨੂੰ ਕਹਾਣੀਆਂ ਸੁਣਾਉਂਦੇ ਹੋਣਗੇ, उस टाइम तुहाडे अगे विजुअलाइजेशन नहीं हो रही, तुहानू दिखाई नहीं दे रही वो स्टोरी, यू आर जस्ट लिसनिंग, राइट? पर जी तुहाडी सेंस है, इमेजिनेशन है, वो तुहानू उस कहानी नू पोर्ट्रेट करन च मदद कर रही है। हुण जिद्दां जे मैं तुहानू कहा कि कल असीं पार्क गए सीगे, असीं उत्थे स्विंग्स लईआं, असीं उत्थे आइसक्रीम खाई, we had a lot of fun there, we played the games, we played basketball, we played badminton, we skipped there। तो तुसी सुन रहे हो मैनू, मैं सिंपल सेंटेंसेस बोल रही हाँ, पर तुहाडी इमेजिनेशन उन्होंने पोर्ट्रेट कर रही है कि जे मैम कह रहे हैं कि मैं उत्थे पार्क गई, यू मस्ट बी लुकिंग मी इन द पार्क, तुसी देख रहे होगे कि मैं पार्क विच खड़ी हाँ, राइट? तुहाडी इमेजिनेशन लेके जा रही है तुहानू। इफ आई एम सेइंग आई हैड आइसक्रीम देयर, तो तुहानू वो आइसक्रीम भी नज़र आ रही होएगी कलरफुल। इफ आई से आई स्किप्ड देयर, तो तुहानू दिख रहा होएगा कि मैम उत्थे रस्सी टप रहे, राइट? योर इमेजिनेशन इज क्रिएटिंग द होल सीन। तो तुहाडियां 5 सेंसिस है जिहड़ियां उत्थे काम करदियां वा। हुण जे मैं कहां देयर वर लॉट्स ऑफ फ्लावर्स इन द पार्क एंड दे वर स्मेलिंग वेरी गुड, कि बहुत सोहनी स्मैल सी, उन्हां दी खुशबू बहुत सोहनी सी, इट्स फ्रेगरेंस वाज वेरी गुड। तो तुसी इमेजिन कर रहे हो कि फ्लावर्स देख रहे हो, कलरफुल फ्लावर्स तुहानू दिख रहे हैं, और तो खुशबू तो फ्रेगरेंस वर्ड तो तुहानू उन्हां दी खुशबू भी फील हो रही होएगी। सो दिस इज द स्टोरी, कि जदों तुसी स्टोरी नू पढ़ो या सुनो, तुहाडी 5 सेंसिस काम करना शुरू कर दे। A story must follow a particular structure which makes sense to the reader। स्टोरी का एक पार्टिकुलर स्ट्रक्चर होना चाहिए है जिहदा कोई मतलब भी समझ लगे, सेंस होवे जिहदी। ये नहीं कि बस कोई कहानी का कुछ हिस्सा कितों ले लिया, कुछ किस मतलब वो आपस में कनैक्टेड ना हो, दिस इज रॉन्ग। सो ਉਹਦਾ पार्टिकुलर स्ट्रक्चर होना चाहिए वा जिहड़ा कि पढ़न वाले नू अट्रैक्ट करे कि हाँ कि ये स्टोरी विच कुछ है, देयर इज समथिंग इन दिस स्टोरी एंड आई वांट टू रीड दिस, आई वांट टू फिनिश इट। सो दिस इज अबाउट स्टोरी। नाउ स्टोरी राइटिंग, व्हाट इज स्टोरी राइटिंग? नाउ राइटिंग तो पता है लिखना, स्टोरी कहानी, राइट? बहुत सारे ऑथर्स है जिहड़े कहानियां लिखते हैं, बच्चों दीयां कहानियां लिखते हैं, सो दे आर स्टोरी राइटर्स। स्टोरी राइटिंग इज अ फॉर्म ऑफ क्रिएटिव राइटिंग
and hence requires a lot of thinking. Story writing कहंदे एक creative writing दी किस्म है जिहदे च बहुत सारी thinking दी ज़रूरत है. See, if I ask you to write a story on you, कि तुसी अपने बारे एक कहानी लिखो, ये तो नहीं हैगा कि तुसी जस्ट कुछ भी लिख दोगे तो खत्म. यू वुड थिंक अबाउट इट कि मैं अपने बारे की लिखना, मैं अपनी केड़ी लाइफ दी केड़ी घटना नू किद्दां दिखाना है. यू वुड थिंक अबाउट दिस, राइट? सो स्टोरी राइटिंग विच बहुत सारी थिंकिंग चाहिदी है. यू नीड टू आस्क क्वेश्चंस टू योरसेल्फ. ਤੁਹਾਨੂੰ ਆਪਣੇ ਆਪ ਨੂੰ ਕੁਐਸਚਨਸ ਪੁੱਛਣੇ ਪੈਣੇ ਆ ਸਟੋਰੀ ਲਿਖਣ ਤੋਂ ਪਹਿਲਾਂ. ਟੂ ਗੈਦਰ ਇਨਫੋਰਮੇਸ਼ਨ ਅਬਾਊਟ ਦ ਕਰੈਕਟਰਸ. ਤੇ ਕੁਐਸਚਨ ਕਾਦੇ ਬਾਰੇ ਹੋਣਗੇ ਕਿ ਤੁਸੀਂ ਜਿਹੜੀ ਕਹਾਣੀ ਲਿਖ ਰਹੇ ਹੋ ਉਹਦੇ ਵਿੱਚ ਕਰੈਕਟਰਸ ਕਿੱਦਾਂ ਦੇ ਲੈਣੇ ਚਾਹੋਗੇ, ਪਾਤਰ ਕਿੱਦਾਂ ਦੇ ਹੋਣਗੇ ਉਹਦੇ ਵਿੱਚ. ਐਂਡ ਅੰਡਰਸਟੈਂਡ ਦ ਸਿਚੁਏਸ਼ਨ. ਤੇ ਤੁਸੀਂ ਉਸ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਜਿਹਦੇ ਬਾਰੇ ਤੁਸੀਂ ਕਹਾਣੀ ਲਿਖਣ ਜਾ ਰਹੇ ਹੋ. क्योंकि करैक्टर्स ते सिचुएशन ये दोनों चीज़ां स्टोरी रीडर्स नू बहुत अट्रैक्ट कर दियां वा. इफ योर करैक्टर्स आर नॉट स्ट्रोंग इनफ टू अट्रैक्ट एनीवन, द स्टोरी इज नॉट गुड. सिमिलरली, if the situation of the story is not good, you won't attract anyone, you won't be able to attract anyone. चाहे तुसी फिर जिन्नियां मर्जी कहानियां लिख लो, जे तुहाडे करैक्टर्स एंड सिचुएशंस वधिया नहीं हन तो कोई अट्रैक्ट नहीं होएगा तुहाडियां कहानियां पढ़न लई. एंड द नेक्स्ट इज यूजिंग hints is developing the given phrases into full sentences and not merely filling up dashes. हुण ये तुहाडे सिलेबस नाल रिलेटेड है. जिहड़े उपरले 2 पॉइंट है सिलेबस नाल भी रिलेटेड है, बट वो तुहाडी वैसे जिन्हां नूं स्टोरीज लिखण दा शौक है उन्हां लई मेनली ओह काम करनगे. पर जिहड़ा लास्ट पॉइंट है ये सब तो ज़्यादा तुहाडे सिलेबस नाल रिलेटेड है, क्योंकि तुहानू सिलेबस विच हिंट्स मिलदे आ ते तुसीं उन्हां हिंट्स दे नाल स्टोरीज नू कंप्लीट करदे हो, राइट? यू गेट हिंट्स इवन फॉर पैराग्राफ राइटिंग, यू गेट हिंट्स, राइट? तो हिंट्स मिलन दा मतलब की है? आई हैव सीन most of the students do thus, they just fill up those dashes or blanks given in those hints. ਤੁਹਾਨੂੰ ਲੱਗਦਾ ਕਿ hints ਤੋਂ ਜਿਹੜੇ ਦਿੱਤੇ ਉਹ blanks ਹਨ. No, those are not blanks. Those dashes are to complete the sentences कि ਤੁਸੀਂ ਆਪਣੀ imagination ਨਾਲ thought process ਨਾਲ ਉਸ story ਨੂੰ ਪੂਰਾ ਕਰੋ. They are just phrases to help you. ਉਹ ਸਿਰਫ ਤੁਹਾਡੀ ਹੈਲਪ ਕਰਨ ਲਈ ਹੈ ਕਿ ਤੁਸੀਂ ਕਿੱਦਾਂ ਦੀ ਵੋਕੈਬ ਯੂਜ਼ ਕਰ ਸਕਦੇ ਹੋ, ਕਿ ਉਹਦੇ ਵਿੱਚ ਸਿਚੁਏਸ਼ਨ ਕੀ ਹੈ, ਤੁਸੀਂ ਉਹਨੂੰ ਐਨਹਾਂਸ ਕਿੱਦਾਂ ਕਰ ਸਕਦੇ ਹੋ. ਸੋ ਦਿਸ ਇਜ਼ ਸਟੋਰੀ ਰਾਈਟਿੰਗ. ਨਾਓ ਟਾਈਪਸ ਆਫ ਸਟੋਰੀ ਰਾਈਟਿੰਗ. ਸਟੋਰੀ ਰਾਈਟਿੰਗ ਦੀਆਂ ਕਿਸਮਾਂ ਇਹ ਵੀ ਤੁਹਾਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ. ਤੁਸੀਂ ਇਹਨਾਂ ਨੂੰ ਟਾਈਪਸ ਆਫ ਸਟੋਰੀ ਵੀ ਕਹਿ ਸਕਦੇ ਹੋ, ਬਟ ਵੀ ਆਰ ਡੂਇੰਗ ਸਟੋਰੀ ਰਾਈਟਿੰਗ, ਸੋ ਵੀ ਆਰ saying that these are types of story writing. First, expository. In this type, the story usually explains something in a process. It is full of facts and figures. इस टाइप की स्टोरी बच्चे हजे तुसी नहीं पढ़ोगे, but in future when you go to higher classes you would find these stories. Even in 9th, 10th, +1, +2 you would get to read such stories. ਇਹਦੇ ਵਿੱਚ ਬਹੁਤ ਸਾਰੇ ਤੱਥ ਹੁੰਦੇ ਆ ਤੇ ਉਹਨਾਂ ਤੱਥਾਂ ਨੂੰ ਕੰਪਲੀਟ ਕਰਨ ਲਈ, ਸਾਬਿਤ ਕਰਨ ਲਈ ਜਾਂ ਉਹਨਾਂ ਨੂੰ ਸਹੀ ਸਾਬਿਤ ਕਰਨ ਲਈ, ਉਹਨਾਂ ਦੇ ਪ੍ਰੂਫਸ ਦੇਣ ਲਈ ਸਟੋਰੀ ਐਨਹਾਂਸ ਕੀਤੀ ਹੁੰਦੀ ਹੈ. ਸੈਕੰਡ ਇਜ਼ ਪਰਸੁਏਸਿਵ. ਪਰਸੁਏਸਿਵ ਵਰਡ ਤੁਸੀਂ ਸੁਣਿਆ ਹੋਏਗਾ. ਟੂ ਪਰਸੁਏਟ ਸਮਵਨ, ਕਿਸੇ ਨੂੰ ਮਨਾਉਣਾ, right? So it is equipped with reasons and arguments. ਇਹਦੇ ਚ reasons ਦਿੱਤੇ ਜਾਂਦੇ, ਕਾਰਨ ਦੱਸੇ ਜਾਂਦੇ ਆ ਜਾਂ arguments ਹੁੰਦੇ ਆ. It often asks for readers to do something about the situation. ਇਸ ਤਰ੍ਹਾਂ ਦੀਆਂ ਸਟੋਰੀਜ਼ ਤੁਸੀਂ ਨਿਊਜ਼ਪੇਪਰਸ ਜ਼ਰੂਰ ਦੇਖਦੇ ਹੋਵੋਗੇ.
न्यूज़पेपर पढ़ते हो सारे? You must have read such stories in newspapers. In this type of story writing, you are given some situation. ਤੁਹਾਨੂੰ ਕੋਈ situation ਦਿੱਤੀ ਹੁੰਦੀ ਹੈ, ਤੁਸੀਂ ਉਸ situation ਨੂੰ solve ਕਿੱਦਾਂ ਕਰਨਾ ਆ, ਉਹ ਤੁਸੀਂ ਆਪਣੀ imagination ਦੇ according ਦੱਸੋਗੇ. So this is persuasive. Third one is descriptive. ਇਹ ਤੁਸੀਂ ਕਰਦੇ ਹੋ, ਇਹ ਤੁਹਾਡੇ syllabus ਵਿੱਚ ਹੈ. It describes places, people, events or situations in a highly detailed manner. ਇਹਦੇ ਵਿੱਚ ਬਹੁਤ ਸਾਰੀ ਡਿਟੇਲਿੰਗ ਨਾਲ ਦੱਸਿਆ ਹੁੰਦਾ ਕਿ ਕਰੈਕਟਰ ਕਿੱਦਾਂ ਦੇ ਆ, ਜਗ੍ਹਾ ਜਿੱਥੇ ਸਟੋਰੀ ਡਿਵੈਲਪ ਹੋਈ ਉਹ ਕਿੱਦਾਂ ਦੀ ਹੈ, ਘਟਨਾ ਕਿੱਦਾਂ ਦੀ ਹੈ, ਉਹਨੂੰ ਪੂਰੀ ਤਰ੍ਹਾਂ ਪ੍ਰਸਾਰਿਤ ਕੀਤਾ ਹੁੰਦਾ ਤੁਹਾਡੇ ਸਾਹਮਣੇ. ਫॉर एग्जांपल ਪਿਕਚਰ ਕੰਪੋਜੀਸ਼ਨ. ਪਿਕਚਰ ਕੰਪੋਜੀਸ਼ਨ ਤੁਸੀਂ ਕਰਦੇ ਹੋ, 6th 7th ਵਿੱਚ ਵੀ ਕੀਤਾ ਹੈ. ਪਿਕਚਰ ਕੰਪੋਜੀਸ਼ਨ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਉਹਦੇ ਵਿੱਚ ਪਿਕਚਰ ਦਿੱਤੀ ਹੁੰਦੀ ਹੈ, ਤੁਸੀਂ ਉਸ ਪਿਕਚਰ ਨੂੰ ਦੇਖ ਕੇ ਸਟੋਰੀ ਡਿਵੈਲਪ ਕਰਨੀ ਹੁੰਦੀ ਹੈ. ਔਰ ਇਸ ਵਿੱਚ ਵੀ ਤੁਹਾਡੀਆਂ 5 ਸੈਂਸਸ ਕੰਮ ਕਰਦੀਆਂ, ਤੁਸੀਂ ਦੇਖ ਸਕਦੇ ਹੋ ਚੀਜ਼ਾਂ ਨੂੰ, ਰਾਈਟ. ਪਿਕਚਰਸ ਵਿੱਚ ਪੂਰੀ ਡਿਟੇਲ ਦਿੱਤੀ ਹੁੰਦੀ ਹੈ. ਔਰ ਇਹ ਸਭ ਤੋਂ ਇੰਟਰਸਟਿੰਗ ਪਾਰਟ ਹੈ ਸਟੋਰੀ ਰਾਈਟਿੰਗ ਦਾ, ਬਿਕਾਜ਼ ਐਵਰੀਬਡੀ sees the picture and they develop their own story through their own imagination. Nobody can have the same story in this composition. ਹਰੇਕ ਦੀ ਆਪਣੀ ਹੀ ਕਹਾਣੀ ਹੋਏਗੀ ਕਿਉਂਕਿ ਹਰ ਕੋਈ ਪਿਕਚਰ ਨੂੰ ਅਲੱਗ ਤਰੀਕੇ ਨਾਲ ਸਮਝੇਗਾ. So this is descriptive. And the last one is narrative. ਇਹ common ਹੈ ਤੁਹਾਡੇ ਲਈ. In this type, a person tells a story based on a real or imagined event. ਇਹਦੇ ਵਿੱਚ ਤੁਹਾਨੂੰ ਕਹਾਣੀ ਸੁਣਾਈ ਜਾਂਦੀ ਹੈ, ਅਸਲ ਕਹਾਣੀ ਵੀ ਹੋ ਸਕਦੀ ਹੈ ਜਾਂ ਫਿਰ ਫਿਕਸ਼ਨਲ ਵੀ, imagined, ਕਿ ਆਪਣੀ ਹੀ ਸੋਚ ਨਾਲ ਬਣਾਈ ਗਈ ਕਹਾਣੀ. It is narrative. ਇਹ ਤੁਸੀਂ ਕਰਦੇ ਹੋ, ਤੁਹਾਡੇ ਪੇਰੈਂਟਸ ਤੁਹਾਨੂੰ ਬਹੁਤ ਕਹਾਣੀਆਂ ਸੁਣਾਉਂਦੇ, ਤੁਹਾਡੇ ਟੀਚਰਸ ਤੁਹਾਨੂੰ ਬਹੁਤ ਕਹਾਣੀਆਂ ਸੁਣਾਉਂਦੇ ਆ. So narrative is the type you do daily, and descriptive, it is in your syllabus. So these were the types of story writing. Now elements of a good story. ਹੁਣ ਤੁਸੀਂ ਬਹੁਤ ਸੋਹਣੀ ਕਹਾਣੀ ਲਿਖਣੀ ਹੈ ਤਾਂ ਤੁਹਾਨੂੰ ਉਹਦੇ ਵਿੱਚ ਕੀ ਚਾਹੀਦਾ ਹੈ? First, characters. Who is the story about? Characters, ਪਾਤਰ ਚਾਹੀਦੇ ਹੈ ਜਿਨ੍ਹਾਂ ਬਾਰੇ ਕਹਾਣੀ ਤੁਸੀਂ ਲਿਖਣੀ ਹੈ. Second, setting. Where and when does the story take place? Setting ਵਿੱਚ ਕੀ ਆ ਕਿ ਜਿਹੜੀ ਕਹਾਣੀ ਉਹ ਕਿੱਥੇ ਡਿਵੈਲਪ ਹੋ ਰਹੀ ਹੈ, ਉਹ ਥਾਂ ਕਿਹੜੀ ਹੈ ਜਿੱਥੋਂ ਉਹ ਕਹਾਣੀ ਆਈ ਹੈ, ਤੇ when, time, ਕਿਹੜੇ ਟਾਈਮ ਦੀ ਕਹਾਣੀ ਹੈ. Third is conflict. What is the problem in the story? ਕਿ ਉਸ ਕਹਾਣੀ ਵਿੱਚ ਪ੍ਰੋਬਲਮ ਕੀ ਦਰਸਾਈ ਗਈ ਹੈ ਜਿਹਨੂੰ ਸੋਲਵ ਕਰਨਾ ਹੈ. And the second thing, how is it solved? ਤੇ ਉਹਨੂੰ solve ਕਿੱਦਾਂ ਕੀਤਾ ਗਿਆ ਹੈ. ਇਹ ਹੁੰਦਾ conflict. Next is theme. What is the most important idea presented through the story? ਹਰੇਕ ਕਹਾਣੀ ਕਿਸੇ ਨਾ ਕਿਸੇ ਥੀਮ ਤੇ ਆਧਾਰਿਤ ਹੁੰਦੀ ਹੈ. ਤੁਸੀਂ ਹੁਣ The Greedy Dog story ਕੀਤੀ ਹੈ, ਲਾਲਚੀ ਕੁੱਤਾ. It is about greed, ਲਾਲਚ, right? ਤਾਂ ਉਹਦੀ ਥੀਮ ਕੀ ਹੈ? ਗਰੀਡ. ਤਾਂ ਹਰੇਕ ਸਟੋਰੀ ਦੀ ਕੋਈ ਨਾ ਕੋਈ ਥੀਮ ਹੁੰਦੀ ਜਿਹਦੇ ਤੋਂ ਤੁਸੀਂ ਕੁਝ ਸਿੱਖਦੇ ਹੋ. Fifth is mood. What is the general feeling or emotion in the story? Mood, ਕਿ ਖੁਸ਼ੀ ਨਾਲ ਭਰੀ ਕਹਾਣੀ ਹੈ, ਉਦਾਸੀ ਦਾ ਮੂਡ ਹੈ ਉਹਦੇ ਵਿੱਚ, ਗੁੱਸਾ ਹੈ, ਨਫ਼ਰਤ ਹੈ, ਜੈਲਸ ਹੈ. What is the mood in the story? So, last one is tone. What attitude does the writer take toward the subject of the story or any character? ਲਿਖਣ ਵਾਲੇ ਨੇ ਜਿਹੜਾ ਸਬਜੈਕਟ ਹੈ ਸਟੋਰੀ ਦਾ ਉਹਦੇ ਬਾਰੇ ਕਿੱਦਾਂ ਦੀ ਟੋਨ ਰੱਖੀ ਹੈ ਜਾਂ ਫਿਰ ਕਿਸੇ ਕਰੈਕਟਰ ਬਾਰੇ. You have read the chapter The Aged Mother, in which poor farmer, you have read about him. ਤੁਸੀਂ ਦੇਖਿਆ ਉਸ poor farmer ਵੱਲ ਰਾਈਟਰ ਦੀ ਕੀ ਸੋਚ ਸੀ.
that he loves his mother very much. He is caring. वो टोन है, वो दिखाया गया है कि करैक्टर किद्दां दा है. सिमिलरली गवर्नर ਜਿਹੜਾ ਦਿਖਾਇਆ ਉਹਦੇ ਵਿੱਚ, he is full of pride, proud, बहुत हंकारी है वो. He wants everything to be done according to him. See, दो कैरेक्टर्स और अलग अलग टोन. ਇਹ ਰਾਈਟਰ ਦੀ ਅਪਰੋਚ ਹੈ ਕਿ ਉਹਨੇ ਕਿਹੜੇ ਕਰੈਕਟਰ ਨੂੰ ਕਿੱਦਾਂ ਦਾ ਦਿਖਾਇਆ ਹੈ. So these are the 6 elements of a good story. ਤੇ ਇਹਨਾਂ ਐਲੀਮੈਂਟਸ ਦਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਵਾ ਸਟੋਰੀ ਲਿਖਣ ਦੇ ਟਾਈਮ. Now, parts of a story. किसी स्टोरी दे parts केड़े केड़े हुंदे. 4 parts है. First one is title, second exposition, third action, and fourth resolution. First, title. The title should either summarize the whole story or have something to do with the main theme. ਜਿਹੜਾ ਟਾਈਟਲ ਹੈ ਸਟੋਰੀ ਦਾ, ਨੇਮ ਹੈ ਸਟੋਰੀ ਦਾ, ਉਹ ਇੱਦਾਂ ਦਾ ਹੋਣਾ ਚਾਹੀਦਾ ਕਿ ਉਹ ਥੀਮ ਨੂੰ ਸ਼ੋ ਕਰ ਦੇਵੇ. ਐਗਜ਼ਾਮਪਲ, ਦ ਗ੍ਰੀਡੀ ਡੌਗ. ਉਹਦੇ ਵਿੱਚ ਤੁਹਾਨੂੰ ਪਤਾ ਚੱਲ ਰਿਹਾ ਕਿ ਡੌਗ ਬਾਰੇ ਸਟੋਰੀ ਹੈ ਤੇ ਉਹ ਕੀ ਦਿਖਾਇਆ ਗਿਆ, ਗ੍ਰੀਡੀ, ਲਾਲਚੀ. ਸੋ ਦਿਸ ਇਜ਼ ਦ ਟਾਈਟਲ. ਸੈਕੰਡ, ਐਕਸਪੋਜੀਸ਼ਨ. ਦਿਸ ਇਜ਼ ਦ ਬਿਗਨਿੰਗ ਆਫ ਦ ਸਟੋਰੀ. ਇੱਕ ਸ਼ੁਰੂਆਤ ਹੁੰਦੀ ਹੈ ਕਹਾਣੀ ਦੀ, where the characters and setting are established. ਜਦੋਂ ਤੁਸੀਂ ਸਟੋਰੀ ਸ਼ੁਰੂ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਕਰੈਕਟਰਸ ਬਾਰੇ ਪਤਾ ਚੱਲਦਾ ਆ ਤੇ ਸੈਟਿੰਗ ਬਾਰੇ ਪਤਾ ਚੱਲਦਾ ਕਿ ਕਿੱਥੇ ਦੀ ਕਹਾਣੀ ਆ, ਟਾਈਮ ਕੀ ਹੈ, ਇਹਨਾਂ ਸਭ ਚੀਜ਼ਾਂ ਦਾ ਪਤਾ ਚੱਲਦਾ ਹੈ. It serves as the introduction to the next part. ਉਹ ਇੱਕ ਤਰ੍ਹਾਂ ਅਗਲੇ ਪਾਰਟ ਦੀ ਇੰਟਰੋਡਕਸ਼ਨ ਹੁੰਦੀ ਹੈ ਕਿ ਅੱਗੇ ਕੀ ਹੋਣਾ ਵਾ, ਕਰੈਕਟਰਸ ਕਿਹੜੇ ਆ, ਸੈਟਿੰਗ ਕੀ ਆ, ਕਿ ਸਿਚੁਏਸ਼ਨ ਕਿੱਦਾਂ ਦੀ ਹੋ ਸਕਦੀ ਹੈ. Third is action. This is the main part of story. This is the part in which a problem is introduced. ਇਹ ਉਹ ਪਾਰਟ ਹੈ ਜਿਹਦੇ ਵਿੱਚ ਤੁਹਾਨੂੰ ਉਸ ਪ੍ਰੋਬਲਮ ਨੂੰ ਦਿਖਾਇਆ ਜਾਂਦਾ ਹੈ ਜਿਹੜੀ ਉਸ ਸਟੋਰੀ ਵਿੱਚ ਹੈ. The characters need to solve the problem. ਤੇ ਅੱਗੇ ਕਰੈਕਟਰਸ ਨੂੰ ਉਸ ਪ੍ਰੋਬਲਮ ਨੂੰ ਸੋਲਵ ਕਰਨਾ ਹੈ. Right? And the last is resolution. This is the end of the story. ਇਹ आखिरी हिस्सा है स्टोरी दा. It rounds out and concludes the action. ਇਹਦੇ ਵਿੱਚ ਜਿਹੜਾ ਐਕਸ਼ਨ ਹੈ, ਕਲਾਈਮੈਕਸ ਹੈ ਜਾਂ ਫਿਰ ਜਿਹੜਾ ਪ੍ਰੋਬਲਮ ਹੈ ਉਹਨੂੰ ਸੋਲਵ ਕੀਤਾ ਦਿਖਾਇਆ ਜਾਂਦਾ ਹੈ. So these are 4 parts of story: title, exposition, action, and resolution. Now, read these pieces of writings carefully. ਤੁਹਾਨੂੰ ਮੈਂ 2 ਸਟੋਰੀਜ਼ ਇੱਥੇ ਰਾਈਟਿੰਗਸ ਦਿਖਾਉਂਗੀ, ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹੋ. This is the first one. One day a lamb was eating sweet grass away from her flock of sheep. When she saw the wolf, she started pleading. She didn't notice a wolf walking nearer to her. The grass in my stomach will be digested quickly if you let me dance. The wolf agreed. Please don't eat me. My stomach is full of grass. You can wait a while to make my meat taste much better. While the lamb was dancing, she had a new idea. The wolf took the bell and started to ring so hard. The shepherds heard the sound and ran quickly to save the lamb's life. So this is the first part. ਤੁਹਾਨੂੰ ਕੀ ਸਮਝ ਲੱਗੀ ਇਸ ਕਹਾਣੀ ਦੀ? I know characters. There is a lamb, wolf, right? So, is there anything you understood? Yes, there is shepherd. Right, very good. ਪਰ ਤੁਹਾਨੂੰ ਕਹਾਣੀ ਦਾ ਕੁਝ ਸਮਝ ਲੱਗਾ ਕਿ ਹੋਇਆ ਕੀ ਇਸ ਕਹਾਣੀ ਵਿੱਚ? ਕਿ ਲੈਮ ਇੱਕ ਆਪਣੇ ਫਲੌਕ ਆਫ ਸ਼ੀਪ ਤੋਂ, ਝੁੰਡ ਤੋਂ ਅਲੱਗ ਹੋ ਕੇ ਗ੍ਰਾਸ ਖਾ ਰਹੀ ਸੀ. ਉਹਨੇ ਵੁਲਫ ਨੂੰ ਦੇਖਿਆ, ਉਹਦੇ ਅੱਗੇ ਰਿਕੁਐਸਟ ਕਰਨ ਲੱਗ ਗਈ. ਉਹਨੇ ਵੁਲਫ ਨੂੰ ਆਂਦੇ ਹੋਏ ਨਹੀਂ ਦੇਖਿਆ. ਮੇਰੇ ਪੇਟ ਵਿੱਚ ਉਹਨੇ ਕਿਹਾ ਕਿ ਮੇਰੇ ਪੇਟ ਵਿੱਚ ਜਿਹੜਾ ਗ੍ਰਾਸ ਹੈ ਉਹਨੂੰ ਡਾਈਜੈਸਟ ਹੋਣ ਲਈ ਮੈਨੂੰ ਡਾਂਸ ਕਰ ਲੈਣ ਦਿਓ. ਵੁਲਫ ਮੰਨ ਗਿਆ.
फिर वो कहंदी कि मैनू खाओ ना, मेरा पेट घाह नाल भरिया होया है, कि तुसी जे चाहते हो मेरा मीट ज़्यादा टेस्टी लगे तो तुसी थोड़ा समय इंतज़ार कर सकते हो। लैम डांस कर रही सी, उन्होंने नवा आइडिया आया। वुल्फ ने बैल लई, उन्हें रिंग करनी शुरू करती वो बैल। शैफर्ड ने वो साउंड सुन लई ते वो लैम दी जिंदगी बचाने लई आ गया। समझ लगा कुछ तुहानू कहानी दा? नो, समझ लगा? राइट, चलो हुण अगला पढ़ते असीं। Read this piece. One day a lamb was eating sweet grass away from her flock of sheep. She didn't notice a wolf walking nearer to her. When she saw the wolf, she started pleading. Please don't eat me. My stomach is full of grass. You can wait a while to make my meat taste much better. The grass in my stomach will be digested quickly if you let me dance. The wolf agreed. While the lamb was dancing, she had a new idea. She said, I can dance faster if you take my bell and ring it so hard. The wolf took the bell and started to ring so hard. The shepherd heard the sound and ran quickly to save the lamb's life. Now, have you understand it? कि एक लैम घाह खा रही सी अपने झुंड तो अलग होके, उन्हें ध्यान नहीं दिता कि वुल्फ ਉਹਦੇ ਨੇੜੇ ਆ ਰਿਹਾ ਸੀ। ਜਦੋਂ ਉਹਨੇ ਵੁल्फ ਨੂੰ ਦੇਖਿਆ, ਉਹਦੇ ਅੱਗੇ ਬੇਨਤੀ ਕਰਨ ਲੱਗ ਗਈ ਕਿ ਮੈਨੂੰ ਨਾ ਖਾਓ, ਕਿ ਮੇਰਾ ਪੇਟ ਘਾਹ ਨਾਲ ਭਰਿਆ ਹੋਇਆ ਹੈ, ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੇਰਾ ਮੀਟ ਅੱਛਾ ਟੇਸਟ ਕਰੇ ਤਾਂ ਤੁਸੀਂ ਵੇਟ ਕਰ ਲਓ ਕਿ ਮੇਰੇ ਪੇਟ ਵਿੱਚ ਜਿਹੜਾ ਘਾਹ ਹੈ ਉਹ ਡਾਈਜੈਸਟ ਹੋ ਜਾਏਗਾ ਜੇ ਮੈਂ ਡਾਂਸ ਕਰਾਂਗੀ। ਤਾਂ ਵੁल्फ ਮੰਨ ਗਿਆ। ਜਦੋਂ ਉਹ ਡਾਂਸ ਕਰ ਰਹੀ ਸੀ, ਉਹਨੂੰ ਇੱਕ ਆਈਡੀਆ ਆਇਆ। ਉਹਨੇ ਡਾਂਸ ਕਰਦੀ ਨੇ ਵੁल्फ ਨੂੰ ਕਿਹਾ ਕਿ ਮੈਂ ਜੇ ਤਾਂ ਡਾਂਸ ਜਲਦੀ ਕਰ ਸਕਦੀ ਹਾਂ ਜੇ ਤੁਸੀਂ ਬੈਲ ਪਕੜੋ ਤੇ ਉਹਨੂੰ ਵਜਾਣਾ ਸ਼ੁਰੂ ਕਰ ਦਿਓ। ਉਹਦੇ ਗਲੇ 'ਚ ਬੈਲ ਸੀ ਜਿਹੜੀ, ਉਹਨੇ ਕਿਹਾ ਉਹਨੂੰ ਉਤਾਰ ਕੇ ਵਜਾਣਾ ਸ਼ੁਰੂ ਕਰ ਦਿਓ। ਵੁल्फ ਨੇ ਬੈਲ ਉਤਾਰ ਕੇ ਵਜਾਣੀ ਸ਼ੁਰੂ ਕਰ ਦਿੱਤੀ। ਸ਼ੈਪਰਡ ਨੂੰ ਉਹ ਬੈਲ ਸੁਣ ਗਈ ਤੇ ਉਹਨੇ ਆ ਕੇ ਲੈਮ ਨੂੰ ਬਚਾ ਲਿਆ। ਸੀ दोनों स्टोरीज सेम सी, बट ਉਹਦੇ ਵਿੱਚ ਕੁਝ ਨਹੀਂ ਸਮਝ ਲੱਗਾ ਕਿਉਂਕਿ ਉਹਦੀ ਸੈਟਿੰਗ ਪ੍ਰੋਪਰ ਨਹੀਂ ਸੀ, ਸਿਚੁਏਸ਼ਨਸ ਠੀਕ ਤਰ੍ਹਾਂ ਕਨੈਕਟਡ ਨਹੀਂ ਸੀ। ਸੋ ਦਿਸ ਇਜ਼ ਹਾਊ ਟੂ ਰਾਈਟ ਸਟੋਰੀ। टिप्स टू राइट अ स्टोरी। हैप्पी एंड ग्रेट बिगनिंग। शुरुआत बहुत खुशनुमा होनी चाहिए है। क्लैरिटी होनी चाहिए है प्लॉट की। इंश्योर क्लैरिटी ऑफ द प्लॉट। लॉजिकल सीक्वेंस ऑफ इवेंट्स, जिहड़ियां घटनावां उन्हां दा सीक्वेंस सही होना चाहिए, जिद्दां पहले पीस चो सही नहीं सी पर दूजे च वो सही सी। वैल डिफाइंड मैमोरेबल करैक्टर्स। करैक्टर्स इदां दे होने चाहिए जिहड़े हमेशा याद रहन। मेक डायलॉग काउंट। ਉਹਦੇ ਵਿੱਚ ਕੋਈ ਨਾ ਕੋਈ ਡਾਇਲੌਗ ਜ਼ਰੂਰ ਹੋਣਾ ਚਾਹੀਦਾ, ਜਿੱਦਾਂ ਪਿਛਲੀ ਸਟੋਰੀ 'ਚ ਤੁਸੀਂ ਪੜ੍ਹਿਆ, ਪਲੀਜ਼ ਡੋਂਟ ਈਟ ਮੀ। ਥੀਸ ਆਰ ਡਾਇਲੌਗ। ਇਹ ਅਟਰੈਕਟਿਵ ਬਣਾਉਂਦੇ ਆ ਸਟੋਰੀ ਨੂੰ। ਇੰਕਲੂਡ ਕਨਫਲਿਕਟ। ਇੱਦਾਂ ਦੀ ਸਿਚੁਏਸ਼ਨ ਕ੍ਰੀਏਟ ਕਰੋ ਕਿ ਉਲਝਣ ਨੂੰ ਸੁਲਝਾਉਣ ਵਿੱਚ ਟਾਈਮ ਲੱਗੇ। ਜਿੱਦਾਂ ਹੁਣ ਉਹਨੇ ਪਹਿਲਾ ਬਹਾਨਾ ਬਣਾਇਆ ਕਿ ਮੇਰੇ ਪੇਟ 'ਚ ਘਾਹ ਵਾ, ਮੈਨੂੰ ਡਾਂਸ ਕਰਨ ਦਿਓ, ਫਿਰ ਉਹਨੂੰ ਅਗਲਾ ਆਈਡੀਆ ਆ ਗਿਆ ਕਿ ਮੈਂ ਕਿੱਦਾਂ ਬਚਾਉਂਗੀ। ਦਿਸ ਇਜ਼ ਹਾਊ ਟੂ ਇੰਕਲੂਡ ਕਨਫਲਿਕਟ। ਗਿਵ ਸੈਟਿਸਫਾਈਂਗ ਐਂਡਿੰਗਸ। ਜਿਹੜਾ ਐਂਡ ਹੈ ਉਹ ਬਹੁਤ ਹੀ ਸੰਤੁਸ਼ਟੀ ਨਾਲ ਭਰਿਆ ਹੋਣਾ ਚਾਹੀਦਾ, ਜਿੱਦਾਂ ਉਹਦੇ 'ਚ ਸੀ ਕਿ ਸ਼ੈਫਰਡ ਨੇ ਉਹਨੂੰ ਆ ਕੇ ਬਚਾ ਲਿਆ। ਮੇਕ ਇੰਟਰਸਟਿੰਗ ਯੂਜ਼ ਆਫ ਲੈਂਗੁਏਜ। ਤੇ ਲੈਂਗੁਏਜ ਨੂੰ ਇੰਨਾ ਕਿ ਇੰਟਰਸਟਿੰਗਲੀ ਯੂਜ਼ ਕਰੋ ਕਿ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਵੋਕੈਬਲਰੀ, ਅਲੱਗ-ਅਲੱਗ ਤਰ੍ਹਾਂ ਦੇ ਪਾਰਟਸ ਆਫ ਸਪੀਚ ਇੰਕਲੂਡ ਕਰੋ। ਸੋ ਥੀਸ ਆਰ ਦ ਟਿਪਸ ਟੂ ਰਾਈਟ ਅ ਸਟੋਰੀ। ਨਾਓ ਲੈਟ ਅਸ ਰਾਈਟ ਅ ਸ਼ਾਰਟ ਸਟੋਰੀ ਯੂਜ਼ਿੰਗ ਦ ਗਿਵਨ ਹਿੰਟਸ। ਅਸੀਂ ਇੱਕ ਛੋਟੀ ਜਿਹੀ ਕਹਾਣੀ ਲਿਖਦੇ ਹਾਂ ਇਹਨਾਂ ਹਿੰਟਸ ਦੇ ਹੈਲਪ ਨਾਲ। ਫਸਟ, ਫੈਲਟ ਸਕੈਰਡ। ਡਰਿਆ ਮਹਿਸੂਸ ਕੀਤਾ। ਹਰਡ ਦ ਸਾਊਂਡ ਇਨ ਦ ਕਬਰਡ। ਕਬਰਡ ਅਲਮੀਰਾ ਵਿੱਚ ਆਵਾਜ਼ ਆਈ। ਥॉट इट मस्ट बी अ थीफ। लगा कि चोर है। माइट बी अ किलर। किलर भी हो सकता है, खूनी भी हो सकता है। ले स्टिल। लम्मा पिया रहा। कुड हार्डली ब्रीथ। साह लेना भी औखा हो रहा सी। फैल्ट समवन टचड माई फीट। महसूस किया कि मेरे पैर किसी ने टच किए। शाउटेड विद फेयर। डर नाल चिल्लाया। पेरेंट्स कम एंड स्विच्ड ऑन लाइट। पेरेंट्स आए तो उन्होंने लाइट ऑन की। सा अ रैट। की देखिया? चूहा। सो दीज आर हिंट्स। असी इन्हां हिंट्स की हैल्प नाल एक स्टोरी बनावांगे।
ਹੁਣ ਜੇ ਤੁਹਾਡੇ ਕਮਰੇ 'ਚ ਤੁਹਾਨੂੰ ਇੱਦਾਂ ਮਹਿਸੂਸ ਹੋ ਰਿਹਾ ਹੋਵੇ ਰਾਤ ਨੂੰ ਕਿ ਕੋਈ ਹੈ ਤਾਂ ਤੁਹਾਨੂੰ ਤਾਂ ਇਹੀ ਲੱਗੇਗਾ ਭੂਤ, ਰਾਈਟ? ਆਈ ਨੋ, ਕਿਉਂਕਿ ਮੈਂ ਵੀ ਇੱਦਾਂ ਹੀ ਕਰਦੀ ਹਾਂ। ਸੋ let us write a story using those hints. Suddenly I woke up. It was very dark. I felt there was someone in my room. I tried to guess who it could be. ਕਹਿੰਦੇ ਸਡਨਲੀ ਮੇਰੀ ਅੱਖ ਖੁੱਲ ਗਈ, ਕਮਰੇ 'ਚ ਹਨੇਰਾ ਸੀ, ਮੈਨੂੰ ਇੱਦਾਂ ਮਹਿਸੂਸ ਹੋਇਆ ਕਿ ਕਮਰੇ 'ਚ ਕੋਈ ਹੈ। ਮੈਂ ਗੈਸ ਕਰਨ ਦੀ ਕੋਸ਼ਿਸ਼ ਕੀਤੀ ਕੌਣ ਹੋ ਸਕਦਾ ਆ, ਕੌਣ ਹੋ ਸਕਦਾ ਤੁਹਾਡੇ ਕਮਰੇ ਵਿੱਚ। ਆਈ ਨੋ ਮੇਰੇ ਸਟੂਡੈਂਟਸ ਤਾਂ ਡਰ ਰਹੇ ਹੋਣਗੇ। I thought it must be a thief who must have come to steal something. ਕਹਿੰਦੇ ਮੈਨੂੰ ਲੱਗਾ ਕਿ ਇਹ ਚੋਰ ਹੈ ਜਿਹੜਾ ਕੋਈ ਚੋਰੀ ਕਰਨ ਆਇਆ। But then I realized it might be a killer who could kill me. ਕਹਿੰਦੇ ਫਿਰ ਮੈਨੂੰ ਮਹਿਸੂਸ ਹੋਇਆ ਤਾਂ ਕਿਲਰ ਵੀ ਹੋ ਸਕਦਾ ਕੋਈ ਜਿਹੜਾ ਮੈਨੂੰ ਮਾਰ ਸਕਦਾ ਆ। In fear I laid still. ਡਰ 'ਚ ਮੈਂ ਲੰਮੇ ਪਈ ਰਹੀ and didn't move. ਮੈਂ ਹਿੱਲੀ ਨਹੀਂ। I could hardly breathe when I felt someone touching my feet. ਕਹਿੰਦੇ ਮੈਂ ਸਾਹ ਵੀ ਨਹੀਂ ਲੈ ਪਾ ਰਹੀ ਸੀ ਕਿ ਮੈਨੂੰ ਮਹਿਸੂਸ ਹੋਇਆ ਮੇਰੇ ਪੈਰਾਂ ਨੂੰ ਕੋਈ ਟੱਚ ਕਰ ਰਿਹਾ ਵਾ। I shouted loudly with fear. ਮੈਂ ਡਰ ਨਾਲ ਚਿল্ਲਾਈ। At that very moment my parents came. ਉਸੇ ਪਲ ਮੇਰੇ ਪੈਰੈਂਟਸ ਆ ਗਏ and switched on the light. ਤੇ ਉਹਨਾਂ ਨੇ ਲਾਈਟ ਔਨ ਕਰ ਦਿੱਤੀ। My mother said, ਮੇਰੀ ਮਦਰ ਨੇ ਕਿਹਾ, what happened my child? ਉਹਨਾਂ ਨੇ ਪੁੱਛਿਆ ਕਿ ਕੀ ਹੋਇਆ ਬੱਚੇ। I told them everything. ਮੈਂ ਉਹਨਾਂ ਨੂੰ ਸਭ ਕੁਝ ਦੱਸਿਆ। Then my father looked into the room. ਮੇਰੇ ਫਾਦਰ ਨੇ ਸਾਰੇ ਕਮਰੇ ਵਿੱਚ ਭਾਲ ਕੀਤੀ, ਲੱਭਿਆ ਕਿ ਕੁਝ ਹੈ। When he opened the almirah, ਜਦੋਂ ਉਹਨਾਂ ਨੇ ਅਲਮੀਰਾ ਓਪਨ ਕੀਤੀ, there was a big rat in it. ਉਹਦੇ ਵਿੱਚ ਬਹੁਤ ਵੱਡਾ ਚੂਹਾ ਸੀ। We all burst into laughter when we saw the rat. ਤੇ ਜਦੋਂ ਅਸੀਂ ਚੂਹਾ ਦੇਖਿਆ ਅਸੀਂ ਸਾਰੇ ਉੱਚੀ-ਉੱਚੀ ਹੱਸਣ ਲੱਗ ਪਏ। So this is the story we have created using those hints. Now it's your turn. Create your story using these hints. So note down these hints, write down a story and get it checked from your teachers. Also give a heading to the story. ਉਹਨੂੰ heading ਵੀ ਦਿਓ, ਨਾਮ ਵੀ ਦਿਓ ਆਪਣੇ ਕੋਲੋਂ। So this was your topic story writing. I hope you enjoyed it. And don't forget the tips to write a good story and elements of a good story. So this was for today. Thank you. We will meet in next class. Till then, take care. Goodbye.